ਤੇ ਸਾਰੇ ਕਹਿੰਦੇ ਵੀ ਸਾਡੇ ਕੋਲ ਫੋਨ ਆ ਰਹੇ ਨੇ ਵੀ ਲੋਕ ਫਸੇ ਹੋਏ ਨੇ, ਭੁੱਖੇ ਮਰ ਰਹੇ ਆ ਤੇ ਉਹਨਾਂ ਵਾਸਤੇ ਕੁਝ ਨਾ ਕੁਝ ਕਰਨਾ ਪਏਗਾ। ਨੌਜਵਾਨ ਮੁੰਡੇ ਜਿੰਨੇ ਵੀ ਹੈ ਇਹਨਾਂ ਨੇ ਆਪਣੀ ਤਨਖਾਹ ਦੇ ਵਿੱਚੋਂ ਕਿਸੇ ਨੇ 1000 ਪਾਇਆ, ਕਿਸੇ ਨੇ 2000 ਪਾਇਆ, ਕਿਸੇ ਨੇ ਪੂਰੀ ਤਨਖਾਹ ਲੰਗਰ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰੀ ਹੈ। ਕਹਿੰਦੇ ਜੀ ਤੁਸੀਂ ਲੰਗਰ ਤਿਆਰ ਕਰੀਏ ਆਪਾਂ। ਹੁਣ ਦੇ ਤਕਰੀਬਨ ਸਾਡੇ ਕੋਲ 8-8.5 ਬੰਦੇ ਦਾ ਲੰਗਰ ਤਿਆਰ ਹੋ ਰਿਹਾ ਇਸ ਵੇਲੇ। ਇਹ ਵੀ ਬੇਨਤੀ ਕਰੀ ਸੀ ਐਸਡੀਐਮ ਸਾਹਿਬ ਨੂੰ ਵੀ ਜਿਹੜੀ ਖਿਚੜੀ ਹੈ, ਦੇਖੋ ਮੈਂ ਕਿਹਾ ਡੇਲੀ ਆਪਾਂ ਖਿਚੜੀ ਨਹੀਂ ਖਾ ਸਕਦੇ, ਜਦੋਂ ਅਸੀਂ ਨਹੀਂ ਖਾ ਸਕਦੇ ਤਾਂ ਜੇਨ ਕੀ ਦਈਏ ਆਪਾਂ। ਸੇਵਾ ਤਾਂ ਸਾਰੇ ਜਣੇ ਕਰ ਰਹੇ ਆ ਤੇ ਅੱਜ ਤਕਰੀਬਨ 1.5 ਮਹੀਨਾ ਹੋ ਗਿਆ ਸਾਨੂੰ ਕੰਟੀਨਿਊ ਸੇਵਾ ਕਰਦੇ ਹੋਏ। ਜਦ ਤੱਕ ਕਰਫਿਊ ਲੱਗਾ, ਲੋਕਡਾਊਨ ਚੱਲਿਆ, ਆਪਾਂ ਕੰਟੀਨਿਊ ਜਾਂਦੇ ਲੰਗਰ ਲਾ ਰਹੇ ਹਾਂ। ਅੱਜ ਤੱਕ ਡੇਲੀ ਲੰਗਰ ਚੱਲ ਹੀ ਰਿਹਾ। ਤੇ ਅਸੀਂ ਜਿਹੜੇ ਵੀ ਆਪਣੇ ਨਾਲ ਦੇ ਸਿੰਘ ਹੈ ਸਾਰੇ ਸਾਡੇ ਕੰਮ ਕਰਨ ਵਾਲੇ ਜੋਬ ਵਾਲੇ ਹੀ ਆ, ਤਾਂ ਆਪਾਂ ਆਪਣੇ 10 ਬੰਦੇ ਦੇ ਵਿੱਚੋਂ ਜਿੰਨੀ ਮਾਇਆ ਸਾਥੋਂ ਹੋ ਸਕਦੀ ਉਨੀ ਸੇਵਾ ਦੇ ਵਿੱਚ ਪਾਉਣ ਦੀ ਕਿਰਪਾ ਉਹ ਕਰਦੇ ਆ, ਹਿੰਮਤ ਕਰਦੇ ਆ। ਜੇ ਅੱਜ ਦੀ ਡੇਟ ਕੋਈ ਬਾਂਹ ਫੜਨੇ ਵਾਲਾ ਹੈ ਤਾਂ ਖਾਲੀ ਕੋਈ ਇਹੀ ਦਿਖ ਰਿਹਾ ਵੀ ਹਾਂ ਜਿਹੜੇ ਪੱਗਾਂ ਵਾਲੇ ਆ ਇਹੀ ਬਾਂਹ ਫੜ ਰਹੇ ਹੋ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਕਰੋਨਾ ਮਹਾਮਾਰੀ ਦੇ ਚੱਲਦੇ ਜਿੱਥੇ ਪੂਰੇ ਦੇਸ਼ ਵਿੱਚ ਲੋਕਡਾਊਨ ਹੈ, ਵੱਖ-ਵੱਖ ਸੂਬਿਆਂ ਦੇ ਵਿੱਚ ਲੋਕਡਾਊਨ ਹੈ, ਤਾਂ ਲੋਕ ਜਿੱਥੇ ਰੋਜ਼ਾਨਾ ਦੀਆਂ ਚੀਜ਼ਾਂ ਲੈਣ ਲਈ ਆਪਣੀ ਜਾਨ ਖਤਰੇ ਵਿੱਚ ਖਤਰੇ ਦੇ ਮੁੱਲ ਪਾ ਕੇ ਜਿਹੜਾ ਕਿ ਬਾਹਰ ਨਿਕਲ ਰਹੇ ਨੇ, ਤਾਂ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਤਾਂ ਗੁਰੂ ਘਰ ਨੇ ਅਜਿਹੇ ਔਖੇ ਸਮੇਂ ਦੇ ਵਿੱਚ, ਸੰਸਥਾਵਾਂ ਨੇ ਅਜਿਹੇ ਔਖੇ ਸਮੇਂ ਦੇ ਵਿੱਚ ਜੋ ਮਸੀਹਾ ਬਣ ਕੇ ਨਿਕਲੀਆਂ ਨੇ, ਜੋ ਲੰਗਰ ਬਣਾ ਰਹੀਆਂ ਨੇ ਤੇ ਲੋੜਵੰਦਾਂ ਤੱਕ ਲੰਗਰ ਪਹੁੰਚਾ ਰਹੀਆਂ ਨੇ। ਕਿਉਂਕਿ ਪ੍ਰਸ਼ਾਸਨ ਜੇਕਰ ਕਿੱਥੇ ਨਹੀਂ ਪਹੁੰਚਦਾ ਤਾਂ ਗੁਰੂ ਦੇ ਸਿੰਘ ਨੇ, ਸੰਸਥਾਵਾਂ ਦੇ ਇਹ ਜਿਹੜੇ ਲੋਕ ਨੇ, ਮੈਂਬਰ ਨੇ, ਉਹਨਾਂ ਲੋਕਾਂ ਤੱਕ ਪਹੁੰਚ ਰਹੇ ਨੇ ਤੇ ਉਹਨਾਂ ਦੀ ਸਹਾਇਤਾ ਕਰ ਰਹੇ ਨੇ। ਅਸੀਂ ਇਸ ਵਕਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਮਣੀ ਮਾਜਰਾ 'ਚ ਖੜੇ ਹਾਂ, ਜਿੱਥੇ ਵੱਡੀ ਗਿਣਤੀ ਵਿੱਚ ਰੋਜ਼ਾਨਾ ਲੰਗਰ ਪੱਕਦਾ ਆ ਤੇ ਲੋੜਵੰਦਾਂ ਤੱਕ ਪਹੁੰਚਦਾ ਆ। ਸੋ ਆਓ ਗੁਰਦੁਆਰੇ ਪ੍ਰਧਾਨ ਸੁਭਾਸ਼ ਸਿੰਘ ਜੀ ਸਾਡੇ ਨਾਲ ਨੇ, ਉਹਨਾਂ ਨੂੰ ਜਾਣਕਾਰੀ ਲੈਂਦੇ ਆ ਕਿ ਕਿੰਨਾ ਲੰਗਰ ਰੋਜ਼ ਪਕਾਇਆ ਜਾਂਦਾ ਆ ਤੇ ਕਿੰਨੀ ਸੰਗਤ ਆ ਜਿਸ ਤੱਕ ਜਾਂ ਕਿੰਨੇ ਲੋਕਾਂ ਤੱਕ ਲੰਗਰ ਪਹੁੰਚਦਾ ਆ ਤੇ ਉਪਰਾਲਾ ਕਿਵੇਂ ਸੰਭਵ ਹੋ ਰਿਹਾ ਆ। ਪ੍ਰਧਾਨ ਜੀ, ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਵੀ ਕਿੰਨੇ ਦਿਨ ਹੋ ਗਏ ਲੰਗਰ ਬਣਾਉਂਦਿਆਂ ਨੂੰ? ਦੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪੂਰੀ ਦੁਨੀਆ ਦੇ ਵਿੱਚ ਮਹਾਮਾਰੀ ਫੈਲੀ ਹੈ, ਇਸ ਨੂੰ ਮੁੱਖ ਰੱਖਦੇ ਹੋਏ ਸਾਨੂੰ 23 ਤਰੀਕ ਨੂੰ ਜਿਹੜਾ ਪਤਾ ਲੱਗਿਆ ਹੈ ਜਦੋਂ ਲਾਕਡਾਊਨ ਹੋਇਆ, ਤੇ 23 ਤਰੀਕ ਨੂੰ ਨੌਜਵਾਨ ਮੁੰਡੇ ਮੇਰੇ ਕੋਲ ਸਾਰੇ ਆਏ ਨੇ, ਜੋ ਸਾਡੀ ਟੀਮ ਹੈ 40-45 ਮੁੰਡਿਆਂ ਦੀ, 50 ਦੀ, ਤੇ ਸਾਰੇ ਕਹਿੰਦੇ ਵੀ ਸਾਡੇ ਕੋਲ ਫੋਨ ਆ ਰਹੇ ਨੇ ਵੀ ਲੋਕ ਫਸੇ ਹੋਏ ਨੇ, ਭੁੱਖੇ ਮਰ ਰਹੇ ਆ ਤੇ ਉਹਨਾਂ ਵਾਸਤੇ ਕੁਝ ਨਾ ਕੁਝ ਕਰਨਾ ਪਏਗਾ। ਇੱਥੇ ਤੱਕ ਕਿ ਸਾਡੇ ਕੋਲ ਬੈਲੈਂਸ ਸੀ ਜਿਹੜਾ ਜ਼ੀਰੋ ਸੀ, ਕੋਈ ਪੈਸਾ ਨਹੀਂ ਸਾਡੇ ਕੋਲ। ਨੌਜਵਾਨ ਮੁੰਡੇ ਜਿੰਨੇ ਵੀ ਹੈ ਇਹਨਾਂ ਨੇ ਆਪਣੀ ਤਨਖਾਹ ਦੇ ਵਿੱਚੋਂ ਕਿਸੇ ਨੇ 1000 ਪਾਇਆ, ਕਿਸੇ ਨੇ 2000 ਪਾਇਆ, ਕਿਸੇ ਨੇ ਪੂਰੀ ਤਨਖਾਹ ਲੰਗਰ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰੀ ਹੈ। ਕਹਿੰਦੇ ਜੀ ਤੁਸੀਂ ਲੰਗਰ ਤਿਆਰ ਕਰੀਏ ਆਪਾਂ ਤੇ ਵਰਤਾਈਏ। ਇਹ ਸਾਡੇ ਭਰਾ ਜਿਹੜੇ ਹਿੰਦੂ ਭਾਰਤ ਦੇ ਵਿੱਚ ਰਹਿ ਰਹੇ ਨੇ, ਕੋਈ ਵੀ ਬੰਦਾ ਭੁੱਖਾ ਨਹੀਂ ਸੌਣਾ ਚਾਹੀਦਾ ਰਾਤ ਨੂੰ। ਤੇ ਮੇਰਾ ਵੀ ਮਨ ਇੱਦਾਂ ਹੀ ਭਜਿਆ ਵੀ ਅਸੀਂ ਪੂਰੇ ਸੰਸਾਰ ਦੇ ਵਿੱਚ ਜਿਹੜੀ ਮਹਾਮਾਰੀ ਫੈਲੀ ਹੈ, ਇਸ ਕਰਕੇ ਆਪਾਂ ਹੋਰ ਨਹੀਂ ਕੁਝ ਕਰ ਸਕਦੇ। ਆਪਣੀ ਕਿਰਤ ਕਮਾਈ ਦੇ ਦਸੌਂਦ ਕੱਢ ਕੇ ਗਰੀਬ ਦੇ ਮੁੱਖ ਵਿੱਚ ਪਾ ਸਕਦੇ ਹਾਂ ਜਿਹੜੇ ਮੇਰੇ ਸਾਡੇ ਭਰਾ ਫਸੇ ਹੋਏ ਨੇ ਅੱਜ। ਤੇ ਅਸੀਂ 23 ਤਰੀਕ ਨੂੰ ਸ਼ਾਮ ਨੂੰ ਇਹ ਵਿਉਂਤ ਬਣਾ ਕਰਕੇ 24 ਤਰੀਕ ਨੂੰ ਆਪਾਂ ਲੰਗਰ ਸ਼ੁਰੂ ਕਰ ਦਿੱਤਾ ਜੀ, ਨੌਜਵਾਨ ਬੱਚਿਆਂ ਨੇ ਨਾਲ ਮਿਲ ਕੇ। ਤੇ ਉੱਥੇ ਸਾਡਾ ਪਹਿਲੇ ਦਿਨ ਲੰਗਰ ਗਿਆ 12000 ਬੰਦੇ ਦਾ, 6000 ਦਾ ਦੁਪਹਿਰ ਨੂੰ, 6000 ਦਾ ਸ਼ਾਮ ਨੂੰ। ਸਾਡਾ ਲੰਗਰ ਜਿਹੜਾ 14 ਤਰੀਕ ਤੱਕ ਜਿਹੜਾ ਲਾਕਡਾਊਨ ਕੀਤਾ ਸੀ ਮੋਦੀ ਸਾਹਿਬ ਨੇ, ਪ੍ਰਧਾਨ ਮੰਤਰੀ ਜੀ ਨੇ, ਉਹ ਲਾਕਡਾਊਨ 14 ਤਰੀਕ ਤੱਕ ਕੀਤਾ। 14 ਤਰੀਕ ਤੱਕ ਅਸੀਂ ਇਹ ਨਿਰਣਾ ਲੈ ਲਿਆ ਸੀ ਵੀ 14 ਤਰੀਕ ਤੱਕ ਅਸੀਂ ਲੰਗਰ ਲਾਵਾਂਗੇ ਕਿਸੇ ਵੀ ਤਰੀਕੇ ਨਾਲ। ਸੋ ਸਾਡਾ ਲੰਗਰ ਪਹਿਲੇ ਪੰਜੌਰ ਵੀ ਗਿਆ ਤੇ ਇਧਰ ਘੱਗਰ ਦੇ ਵਿੱਚ ਗਿਆ, ਕਾਫੀ ਦੂਰ ਤੱਕ, ਇਧਰ ਮੁੱਲਾਂਪੁਰ ਤੱਕ ਜਿੱਥੇ ਲੋਕ ਫਸੇ ਹੋਏ ਸੀ। ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਗ੍ਹਾ ਦੇ ਵਿੱਚ ਸਿਰਫ ਇਹ ਨਹੀਂ, ਇਹ ਇਕੱਲਾ ਇਹ ਏਰੀਆ ਨਹੀਂ ਕਵਰ ਕਰਦੇ, ਜਗ੍ਹਾ ਜਿਹੜੇ ਕਿ ਨਾਲ ਦੇ ਹੋਰ ਇਲਾਕੇ ਨੇ ਉਹ ਵੀ ਕਵਰ ਕਰ ਰਹੇ ਹੋ। ਹੁਣ ਰੋਜ਼ਾਨਾ ਜੇਕਰ ਹੁਣ ਗੱਲ ਕਰ ਲਈਏ ਤਾਂ ਕਿੰਨੇ ਲੋਕਾਂ ਦਾ ਲੰਗਰ ਰੋਜ਼ ਪੱਕਦਾ ਹੈ ਤੇ ਕਿੰਨੇ ਟਾਈਮ ਲੰਗਰ ਪੱਕਦਾ ਹੈ? ਹੁਣ ਦੇ ਤਕਰੀਬਨ ਸਾਡੇ ਕੋਲ 8-8.5 ਬੰਦੇ ਦਾ ਲੰਗਰ ਤਿਆਰ ਹੋ ਰਿਹਾ ਇਸ ਵੇਲੇ। ਪਹਿਲੇ ਸਾਡੇ ਕੋਲ 15000 ਬੰਦੇ ਦਾ ਜਿਹੜਾ ਸੀਗਾ, ਪਹਿਲੇ ਲਾਕਡਾਊਨ ਚਾਰੇ ਪਾਸੇ ਖੁੱਲ੍ਹਾ ਸੀਗਾ, ਹਰਿਆਣਾ ਤੇ ਪੰਜਾਬ ਦੇ ਵਿੱਚ। ਉੱਥੇ ਮੁੱਲਾਂਪੁਰ ਵੀ ਜਾਂਦਾ ਰਿਹਾ, ਮੋਹਾਲੀ ਵੀ ਜਾਂਦਾ ਰਿਹਾ, ਸਾਡਾ ਕਜੇੜੀ ਵੀ ਜਾਂਦਾ ਰਿਹਾ, ਤੇ ਪੰਜੌਰ ਵੀ ਜਾਂਦਾ ਰਿਹਾ ਲੰਗਰ, ਤੇ ਜ਼ੀਰਕਪੁਰ ਵੀ ਜਾਂਦਾ ਰਿਹਾ। ਤੇ ਹੁਣ ਜਦੋਂ ਦਾ ਇਹ 14 ਤਰੀਕ ਤੋਂ ਬਾਅਦ 'ਚ ਮੀਟਿੰਗ ਹੋਈ ਹੈ, ਐਸਐਚਓ ਸਾਹਿਬ ਨੇ ਤੇ ਐਸਡੀਐਮ ਸਾਹਿਬ ਨੇ ਫੈਸਲਾ ਕਰ ਦਿੱਤਾ ਵੀ ਆਪਣੇ ਇਲਾਕੇ 'ਚ ਰਹਿਣਾ ਤੁਸੀਂ। ਸਾਨੂੰ ਇਲਾਕਾ ਜਿਹੜੇ ਤਾਂ ਮਾੜੀ ਵਾਲਾ ਟਾਊਨ ਤੇ ਪਿਪਲੀ ਵਾਲਾ ਟਾਊਨ, ਸ਼ਾਂਤੀ ਨਗਰ ਤੇ ਬੈਂਕ ਕਲੋਨੀ ਤੇ ਪਿੱਛੇ ਝੁੰਗੀਆਂ ਨੇ ਕੁਛ, ਇਹ ਇਲਾਕਾ ਸਾਨੂੰ ਬਖਸ਼ਿਆ ਮਿਲਿਆ ਹੈਗਾ, ਜਿਹਦੇ ਵਿੱਚ ਤਕਰੀਬਨ ਸਾਡਾ ਲੰਗਰ 7,500-8,000 ਬੰਦੇ ਦਾ ਤਿਆਰ ਹੁੰਦਾ ਡੇਲੀ। ਲੰਗਰ ਦੇ ਵਿੱਚ ਕੋਈ ਕਮੀ ਨਹੀਂ। ਲੰਗਰ ਮੁੰਡੇ
ਬੜੇ ਤਰੀਕੇ ਦੇ ਨਾਲ ਵਧੀਆ ਦਾਲ ਲਿਆਣ ਕਰਕੇ, ਵਧੀਆ ਬੇਸਣ ਲਿਆ ਕਰਕੇ ਆ ਕੜੀ ਬਣਦੀ ਹੈ, ਦਾਲ ਬਣਦੀ ਹੈ, ਆ ਸਬਜ਼ੀ ਬਣਦੀ ਹੈ। ਸਬਜ਼ੀ ਦੇ ਵਿੱਚ ਮਿਕਸ ਵੈਜ ਵੀ ਹੋ ਜਾਂਦਾ ਕਦੇ, ਕਿਉਂਕਿ ਅਸੀਂ ਡੇਲੀ ਸਾਨੂੰ ਆਰਡਰ ਇਹ ਹੈ ਵੀ ਇੱਕ ਟਾਈਮ ਖਿਚੜੀ ਦੇਣੀ ਹੈ ਸਿਰਫ ਤੁਸੀਂ। ਪਰ ਖਿਚੜੀ ਮੈਂ ਵੀ ਬੇਨਤੀ ਕਰੀ ਸੀ ਐਸਡੀਐਮ ਸਾਹਿਬ ਨੂੰ ਵੀ ਜਿਹੜੀ ਖਿਚੜੀ ਹੈ, ਦੇਖੋ ਮੈਂ ਕਿਹਾ ਡੇਲੀ ਆਪਾਂ ਖਿਚੜੀ ਨਹੀਂ ਖਾ ਸਕਦੇ, ਜਦੋਂ ਅਸੀਂ ਨਹੀਂ ਖਾ ਸਕਦੇ ਤਾਂ ਜਿਹਨੂੰ ਕੀ ਦਈਏ ਆਪਾਂ। ਸੋ ਭਾਂਤ ਦਾ ਲੰਗਰ ਜਿਹੜਾ ਕਿ ਤਿਆਰ ਕੀਤਾ ਜਾਂਦਾ ਆ, ਸੰਗਤ ਤੱਕ ਲੋੜਵੰਦਾਂ ਤੱਕ ਪਹੁੰਚਾਇਆ ਜਾਂਦਾ ਆ। ਜਿਹੜਾ ਕੀ ਨਾਮ ਹੈ ਜੀ? ਵਿਨੋਦ ਸਿੰਘ ਜੀ। ਸਿੰਘ ਜੀ, ਜਾਣਨਾ ਚਾਹਾਂਗੇ ਵੀ ਅਜਿਹੀ ਸੇਵਾ ਅੱਜ ਤੋਂ ਪਹਿਲਾਂ ਲੇਖੇ ਨਹੀਂ ਲੱਗੀ ਹੋਣੀ, ਤੁਹਾਡੀ ਸੇਵਾ ਵੱਖਰੇ ਤੌਰ ਤੇ ਲੇਖੇ ਲੱਗ ਰਹੀ ਹੈ, ਪਹਿਲਾਂ ਤਾਂ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਬਸ ਮਹਾਰਾਜ ਦਾ ਸ਼ੁਕਰਗੁਜ਼ਾਰ ਹਾਂ ਜੀ, ਉਹਨਾਂ ਨੇ ਇਹ ਸੇਵਾ ਬਖਸ਼ੀ ਹੈ ਜੀ। ਜਿੱਦਣ ਤੇ ਮਤਲਬ ਲੰਗਰ ਦੀ ਸ਼ੁਰੂਆਤ ਹੋਈ ਹੈ, ਮਹਾਰਾਜ ਸੇਵਾ ਲੈ ਹੀ ਰਹੇ ਹਾਂ ਜੀ। ਮਹਾਰਾਜ ਸੇਵਾ ਲੈ ਰਹੇ ਨੇ, ਬਿਲਕੁਲ ਇਹ ਸੇਵਾ ਇਦਾਂ ਹੀ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ, ਪਰ ਸਾਵਧਾਨੀਆਂ ਦੀ ਵਰਤੋਂ ਕਰਨੀ ਬਹੁਤ ਲੋੜ ਹੈ। ਸੋ ਕਿਵੇਂ ਸਾਵਧਾਨੀ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਜਦੋਂ ਲੰਗਰ ਵਰਤਾਉਣ ਜਾਂਦੇ ਆ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਦਾ ਧਿਆਨ ਕਿਵੇਂ ਰੱਖਦੇ ਹੋ? ਬਾਬਾ ਜੀ ਇੱਕ ਤਾਂ ਡਿਸਟੈਂਸ ਮੇਨਟੇਨ ਰੱਖੀਦਾ ਜੀ, ਤੇ ਦੂਜਾ ਗੱਲ ਇਹ ਹੈ ਜੀ ਮੁੰਡੇ ਸਾਡੇ ਸੈਨੀਟਾਈਜ਼ ਹੋ ਕੇ ਜੀ, ਜਿਸ ਤਰ੍ਹਾਂ ਗਲਵਜ਼ ਵਗੈਰਾ ਪਾ ਕੇ ਜੀ, ਬਾਕੀ ਸੈਨੀਟਾਈਜ਼ ਜੋ ਪੂਰਾ ਧਿਆਨ ਰੱਖ ਕੇ ਤਾਂ ਹੀ ਲੰਗਰ ਵਰਤਾਉਣ ਜਾਂਦੇ ਨੇ ਜੀ। ਇਹ ਸੋ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਦੇਖ ਰਹੇ ਹੋ ਕਿ ਗੁਰੂ ਦੇ ਸਿੰਘ ਨੇ ਜੋ ਇਸ ਵਕਤ ਔਖੇ ਸਮੇਂ ਦੇ ਵਿੱਚ ਲੋਕਾਂ ਦੇ ਲਈ ਡਟੇ ਹੋਏ ਨੇ, ਬੇਸ਼ੱਕ ਦੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ, ਕੋਈ ਖਤਰਾ ਕਿਤੇ ਨਾ ਕਿਤੇ ਸਭ ਨੂੰ ਹੈ, ਜੇਕਰ ਕੋਈ ਵੀ ਕਿਸੇ ਸੰਪਰਕ 'ਚ ਆ ਸਕਦਾ ਹੈ। ਲੰਗਰ ਤੁਸੀਂ ਦੇਖ ਰਹੇ ਹੋ ਤਿਆਰ ਹੋ ਚੁੱਕਿਆ ਹੈ ਇਸ ਵਕਤ। ਕੀ ਨਾਮ ਹੈ ਜੀ? ਹਰਜੀਤ ਸਿੰਘ ਜੀ। ਹਰਜੀਤ ਸਿੰਘ ਜੀ, ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜੋ ਹਾਲਾਤ ਨੇ ਤੇ ਜੋ ਇਸ ਵਕਤ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਉਹਨਾਂ ਚੀਜ਼ਾਂ ਬਾਰੇ? ਇਹ ਤਾਂ ਕੋਟਾਨ ਕੋਟ ਸ਼ੁਕਰ ਹੈ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਾਨੂੰ ਐਡੀ ਵੱਡੀ ਸੇਵਾ ਲੈ ਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਦੀ ਕਿਰਪਾਲਤਾ ਕੀਤੀ ਹੈ। ਤੇ ਸੇਵਾ ਤਾਂ ਸਾਰੇ ਜਣੇ ਕਰ ਰਹੇ ਆ, ਤੇ ਅੱਜ ਤਕਰੀਬਨ 1.5 ਮਹੀਨਾ ਹੋਏਗਾ ਸਾਨੂੰ ਕੰਟੀਨਿਊ ਸੇਵਾ ਕਰਦੇ ਹੋਏ। ਜਦ ਤੱਕ ਕਰਫਿਊ ਲੱਗਾ, ਲੋਕਡਾਊਨ ਚੱਲਿਆ, ਆਪਾਂ ਕੰਟੀਨਿਊ ਜਾਂਦੇ ਲੰਗਰ ਲਾ ਰਹੇ ਹਾਂ। ਅੱਜ ਤੱਕ ਡੇਲੀ ਲੰਗਰ ਚੱਲ ਹੀ ਰਿਹਾ। ਕੀ ਯੋਜਨਾ ਹੈ ਭਵਿੱਖ ਦੀ, ਕਿਉਂਕਿ ਲੰਬਾ ਚੱਲ ਸਕਦਾ ਆ, ਲੰਬੀ ਲੜਾਈ ਹੈ, ਤੇ ਉਹਦੇ ਲਈ ਤਿਆਰ ਹੋ ਫਿਰ? ਹਾਂਜੀ ਹਾਂਜੀ, ਉਹਦੇ ਲਈ ਬਿਲਕੁਲ ਤਿਆਰ ਹਾਂ। ਜਦ ਤੱਕ ਮਹਾਰਾਜ ਦਾ ਹੁਕਮ ਹੈ, ਜਦ ਤੱਕ ਅਸੀਂ ਸੇਵਾ 'ਚ ਹਾਜ਼ਰ ਹਾਂ। ਪੈਸੇ ਦੀ ਬੜੀ ਲੋੜ ਹੁੰਦੀ ਹੈ, ਜੇਕਰ ਅਸੀਂ ਕਹਿ ਦਈਏ ਲੰਗਰ ਦੇ ਟਾਈਮ ਦੇ ਵਿੱਚ ਵੀ ਪੈਸੇ ਦੀ ਲੋੜ ਹੁੰਦੀ ਹੈ। ਗੁਰੂ ਦੀਆਂ ਗੋਲਕਾਂ ਨੂੰ ਵੀ ਕਿਤੇ ਨਾ ਕਿਤੇ ਪੈਸੇ ਦੀ, ਬੇਸ਼ੱਕ ਰਹਿਮਤ ਗੁਰੂ ਦੀ ਹੈ, ਲੇਕਿਨ ਗੋਲਕ ਨੂੰ ਇਸ ਵਕਤ ਦਾਨੀ ਸੱਜਣਾ ਦੀ ਲੋੜ ਹੁੰਦੀ ਹੈ, ਤਾਂ ਫਿਰ ਪੈਸਾ ਕਿਵੇਂ ਇਕੱਠਾ ਕਰ ਰਹੇ ਹੋ? ਪੈਸਾ ਜੀ, ਸਭ ਤੋਂ ਬੜੀ ਗੱਲ ਤਾਂ ਸਾਨੂੰ ਜਿਹੜੇ ਪ੍ਰਸ਼ਾਸਨ ਹੈ ਜਾਂ ਇੱਥੇ ਦੀ ਕੋਈ ਐਮਸੀ ਕਮੇਟੀਜ਼ ਵਗੈਰਾ, ਉਹਨਾਂ ਵੱਲੋਂ ਸਾਨੂੰ ਕੋਈ ਵੀ ਸਹਾਇਤਾ ਨਹੀਂ ਮਿਲੀ। ਤੇ ਅਸੀਂ ਜਿਹੜੇ ਵੀ ਆਪਣੇ ਨਾਲ ਦੇ ਸਿੰਘ ਹੈ, ਸਾਰੇ ਸਾਡੇ ਕੰਮ ਕਰਨ ਵਾਲੇ ਜੋਬ ਵਾਲੇ ਹੀ ਆ, ਤਾਂ ਆਪਾਂ ਆਪਣੇ ਦਸਵੰਧ ਦੇ ਵਿੱਚੋਂ ਜਿੰਨੀ ਮਾਇਆ ਸਾਤੋਂ ਹੋ ਸਕਦੀ ਉਨੀ ਸੇਵਾ ਦੇ ਵਿੱਚ ਪਾਉਣ ਦੀ ਕਿਰਪਾ ਉਹ ਕਰਦੇ ਆ, ਹਿੰਮਤ ਕਰਦੇ ਆ। ਤੇ ਬਾਕੀ ਹੋਰ ਜਿਹੜੇ ਕੋਈ ਨੇੜੇ ਤੇੜੇ ਸਾਡੇ ਹੋਰ ਫਰੈਂਡ ਸਰਕਲਸ ਹੈ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਵੀ ਆਪਾਂ ਇਸ ਤਰੀਕੇ ਨਾਲ ਲੰਗਰ ਜਿਹੜੇ ਨੀਡੀ ਉਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਹਾਂ। ਬਾਕੀ ਤੁਸੀਂ ਜੇ ਕੋਈ ਆਪਣੀ ਦਸਵੰਧ ਵਗੈਰਾ ਦੇਣਾ ਚਾਹੁੰਦੇ ਹੋ ਤਾਂ ਉਸ ਤਰੀਕੇ ਨਾਲ ਉਹ ਵੀ ਸਾਡੀ ਹੈਲਪ ਕਰਦੇ ਆ। ਤੇ ਬਾਕੀ ਹੋਰ ਕੋਈ ਜਿੱਦਾਂ ਹੁਣ ਗੁਰਦੁਆਰੇ ਲੰਗਰ ਚੱਲ ਰਿਹਾ ਤਾਂ ਲੰਘਦੇ ਵੜਦੇ ਹੋਰ ਲੋਕਾਂ ਨੂੰ ਕਈ ਨੂੰ ਦਿਖਦਾ ਹੈ, ਕਈ ਵਾਰੀ ਕੋਈ ਆ ਕੇ ਆਪਣਾ ਵੀ ਮਾਇਆ ਦੇ ਜਾਂਦਾ, ਜਾਂ ਕੋਈ ਆਪਣੇ ਲੰਗਰ ਪ੍ਰੋਵਾਈਡ ਕਰ ਦਿੰਦਾ ਕਿ ਹਾਂ ਵੀ ਇਸ ਤਰੀਕੇ ਦਾ ਲੰਗਰ ਮੇਰੇ ਵੱਲੋਂ ਤਿਆਰ ਰੱਖਿਓ, ਮੈਂ ਆ ਕੇ ਤੁਹਾਡੀ ਹੈਲਪ ਕਰੂੰਗਾ ਲੰਗਰ ਵਾਸਤੇ, ਜੋ ਜੋ ਰਸਤ ਚਾਹੀਦੀ ਹੈ ਸਾਨੂੰ ਲਿਖਾ ਦਿਓ, ਅਸੀਂ ਪ੍ਰੋਵਾਈਡ ਕਰਾਵਾਂਗੇ। ਉਸ ਤਰੀਕੇ ਦੇ ਨਾਲ ਪੂਰਾ ਆ। ਅੱਛਾ, ਜੋ ਲੰਗਰ ਵੰਡਦੇ ਹੋ ਫਿਰ ਲੋਕਾਂ ਦਾ ਕੀ ਰਵੱਈਆ ਹੁੰਦਾ, ਲੋਕਾਂ ਦਾ ਕੀ ਕਹਿਣਾ ਆ ਜੋ ਸੰਗਤ ਜਾਂ ਗੁਰੂ ਦੇ ਸਿੰਘ ਸੰਗਤ 'ਚ ਜਾਂਦੇ ਨੇ? ਲੋਕਾਂ ਦੀ ਆਪ ਦੇਖ ਕੇ ਬੜੀ ਲੋਕਾਂ ਦੀ ਸਿੱਧੀ ਕੋਈ ਗੱਲ ਹੈ ਵੀ ਜੇ ਅੱਜ ਦੀ ਜਿਹੜੀ ਕੋਈ ਬਾਂਹ ਫੜਨੇ ਵਾਲਾ ਹੈ ਤਾਂ ਖਾਲੀ ਕੋਈ ਇਹੀ ਦਿਖ ਰਿਹਾ ਵੀ ਹਾਂ ਜਿਹੜੇ ਪੱਗਾਂ ਵਾਲੇ ਆ ਇਹੀ ਬਾਂਹ ਫੜ ਰਹੇ। ਬਾਕੀ ਸਾਰੇ ਤਾਂ ਜੇ ਆਪਾਂ ਕਿਸੇ ਦੀ ਵੀ ਗੱਲ ਕਰੀਏ ਉਹ ਥੋੜਾ ਹੀ ਲੰਗਰ, ਇੰਨਾ ਕੀ ਲੰਗਰ ਦਿੰਦੇ, ਜੇ ਬੰਦੇ ਘਰ 'ਚ 6 ਹੈ ਤਾਂ 3 ਜੀਆਂ ਦਾ ਲੰਗਰ ਦੇ ਕੇ ਚੱਲ ਜਾਂਦੇ ਆ। ਬਟ ਸਾਡੇ ਵੱਲੋਂ ਜਿਹੜਾ ਲੰਗਰ ਚੱਲਦਾ ਖੁੱਲਾ ਦੇ ਕੇ ਆਉਂਦੇ ਅਸੀਂ ਵੀ ਜਿੰਨੇ ਤੁਹਾਡੇ ਪਰਿਵਾਰ ਹੈ ਕੋਈ ਭੁੱਖਾ ਨਾ ਸੋਵੇ। ਸਾਡੀ ਸਭ ਤੋਂ ਬੜੀ ਮੇਨ ਆਹੀ ਮੋਟਿਵ ਹੈ ਕਿਉਂਕਿ ਅਸੀਂ ਕੁਝ ਵੀਡੀਓ ਦੇਖੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਲੋਕੀ ਰੋ ਰਹੇ ਸੀਗੇ ਰੋਟੀਆਂ ਵਾਸਤੇ ਕਿ ਸਾਨੂੰ ਖਾਣਾ ਨਹੀਂ ਮਿਲ ਰਿਹਾ, ਰੋ ਰੋ ਕੇ ਉਹ ਕਰ ਰਹੇ ਸੀਗੇ। ਉਹ ਚੀਜ਼ ਨੂੰ ਦੇਖ ਕੇ ਸਾਨੂੰ ਬੜਾ ਫੀਲ ਹੋ ਗਿਆ ਅਸੀਂ ਕਾਹਦੀ ਰੋਟੀ ਖਾਣੀ ਹੈ, ਜਦ ਇਹ ਬੰਦੇ ਸਾਡੇ ਹੁੰਦੇ ਵੀ ਜੇ ਭੁੱਖੇ ਬੈਠ ਕੇ ਰਹੋਗੇ। ਤਾਂ ਉਸ ਚੀਜ਼ ਨੂੰ ਅਸੀਂ ਦੇਖ ਕੇ ਸਭ ਤੋਂ ਪਹਿਲਾਂ ਲੰਗਰ ਸ਼ੁਰੂ ਕੀਤਾ। ਫਿਰ ਜਿਹੜੇ ਸਾਡੇ ਲੋਕ ਪਹਿਲੇ ਦਿਨ ਲੰਗਰ ਸਟਾਰਟ ਕੀਤਾ ਸੀਗਾ, ਜਿਹੜੇ ਲੋਕ ਕਾਫੀ ਫਸੇ ਹੋਏ ਸੀਗੇ ਉਹਨਾਂ ਨੂੰ ਲੰਗਰ ਪ੍ਰੋਵਾਈਡ ਕੀਤਾ, ਉਹਨਾਂ ਨੇ ਛਕ ਕੇ ਬਹੁਤ ਬਹੁਤ ਧੰਨਵਾਦ ਕੀਤਾ। ਤੇ ਆਪਾਂ ਉਦੋਂ ਤੋਂ ਫਿਰ ਕੰਟੀਨਿਊ ਹੀ ਰੱਖਦਾ ਪਏ, ਹੁਣ ਤਾਂ ਡੇਲੀ ਉਹ ਰੱਖਣਾ। ਸੋ ਇਹ ਗੁਰੂ ਦੇ ਸਿੰਘ ਨੇ ਜਿਨ੍ਹਾਂ ਦੇ ਕਰਕੇ, ਜਿਵੇਂ ਕਿ ਇਹਨਾਂ ਦਾ ਕਹਿਣਾ ਹੈ ਕਿ ਕੋਈ ਭੁੱਖਾ ਨਹੀਂ ਸੌਣ ਦਿੱਤਾ ਜਾ ਰਿਹਾ। ਜਦੋਂ ਦਾ ਲਾਕਡਾਊਨ ਹੋਇਆ ਉਦੋਂ ਤੋਂ ਸੇਵਾ ਵਿੱਚ ਡਟੇ ਹੋਏ ਨੇ। ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਗੁਰੂ ਦੇ ਸਿੰਘ ਕਿਵੇਂ ਲੱਗੇ ਹੋਏ ਨੇ, ਲੰਗਰ ਤਿਆਰ ਹੋ ਚੁੱਕਿਆ ਹੈ। ਤੇ ਹੁਣ ਜਿਹੜਾ ਕਿ ਇਹ ਸਿੰਘਾਂ ਵੱਲੋਂ, ਇਹ ਗੁਰੂ ਦੇ ਸਿੱਖਾਂ ਵੱਲੋਂ ਲੋਕਾਂ ਤੱਕ, ਲੋੜਵੰਦ ਲੋਕਾਂ ਤੱਕ ਪਹੁੰਚਿਆ ਜਾਵੇਗਾ। ਸੋ ਲੋੜ ਹੈ ਅਜਿਹੇ ਹੱਥਾਂ ਦੀ, ਲੋੜ ਹੈ ਅਜਿਹੇ ਸਿੱਖਾਂ ਦੀ, ਲੋੜ ਹੈ ਅਜਿਹੇ ਲੋਕਾਂ ਦੀ। ਜੇਕਰ ਮੈਂ ਗੱਲ ਕਰ ਲਵਾਂ ਕਿ ਇਸ ਵਕਤ ਔਖੀ ਘੜੀ ਹੈ ਤਾਂ ਅਜਿਹੇ ਲੋਕਾਂ ਦੀ ਬਹੁਤ ਲੋੜ ਹੈ ਜੋ ਗੁਰੂ ਦੇ ਸਿੱਖ ਬਣ ਰਹੇ ਨੇ, ਗੁਰੂ ਦੇ ਸਿੰਘ ਬਣ ਰਹੇ ਨੇ ਇਸ ਵਕਤ, ਤੇ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਨੇ। ਦੋਸਤੋ ਅੱਗੇ ਆਓ, ਲੇਕਿਨ ਸਾਵਧਾਨੀਆਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਇਸ ਕਰੋਨਾ ਦੀ ਬਿਮਾਰੀ ਨਾਲ ਲੜ ਸਕਦੇ ਹਾਂ। ਮਾਨਵਤਾ ਧਰਮ ਦੀ ਪਾਲਣਾ ਕਰਨੀ ਜ਼ਰੂਰੀ ਹੈ, ਤਾਂ ਹੀ ਅਸੀਂ ਇਸ ਵਕਤ ਇੱਕ ਬੰਦਾ ਜੋ ਬੰਦੇ ਦੀ ਦਾਰੂ ਬਣ ਸਕਦਾ, ਇੱਕ ਬੰਦਾ ਜੋ ਬੰਦੇ ਲਈ ਦਵਾਈ ਬਣ ਸਕਦਾ, ਉਹਦੇ ਲਈ ਲੋੜ ਹੈ ਕਿ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਮੈਂ ਸੁਰਖਾਵਚਨ, ਕੈਮਰਾਮੈਨ ਦਲਵੀਰ ਸਿੰਘ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।